55 ਸਾਲਾ ਅੰਕਲ ਨੂੰ ਅਰਬਾਬ ਨੇ ਕੰਨ ਫੜਾਏ ਤੇ ਮਾਫੀਆਂ ਤੇ ਤਰਲੇ ਮੰਗਦਾ ਕਿ ਮੈਨੂੰ ਖਰੂਜ ਲਾ ਕੇ ਵਾਪਸ ਨਾ ਟੋਰੀ। ਸਾਰੇ ਬੰਦੇ ਖਲੋ ਕੇ ਤੱਕਦੇ ਸੀ ਪਏ, ਆਂਦੇ ਇਸ ਬੰਦੇ ਤੇ ਕਿਤਨਾ ਰੂਜ ਆਇਆ। ਹਰ ਬੰਦਾ ਇਹਨੂੰ ਸਲਾਮ ਕਰਦਾ ਸੀ ਤੇ ਵੱਡਾ ਅਰਬਾਬ ਜਿਹੜਾ ਬਹੁਤ ਜ਼ਿਆਦਾ ਇਹਦੀਆਂ ਗੱਲਾਂ ਸੁਣਦਾ ਸੀ, ਜੋ ਵੀ ਆਖੇ ਉਹ ਹੀ ਅਰਬਾਬ ਕਰਦਾ ਸੀ। ਕਹਿੰਦੇ ਨਾ ਇਹ ਆਇਆ ਨਹੀਂ ਸੀ, ਇਹ ਪਾਕਿਸਤਾਨ ਨਹੀਂ ਸੀ ਤੇ ਇਹਨਾਂ ਦਾ ਕੋਈ ਪਿੰਡ ਦਾ ਬੰਦਾ ਸੀ। ਇੱਥੇ ਇਹਦੀ ਅੰਮਾ ਜਾਂਦੀ ਰਹੀ, ਉੱਥੇ ਜਾ ਕੇ ਮਿੰਨਤਾਂ ਤਰਲੇ ਉਹਦੀਆਂ ਕਰਦੀ ਰਹੀ ਕਿ ਕਿਸੇ ਤਰੀਕੇ ਨਾਲ ਸਾਡੇ ਮੁੰਡੇ ਨੂੰ ਵੀ ਲੈ ਜਾ। ਉਹਨੇ ਆਖਿਆ ਚਲੋ ਕੋਈ ਵੀਜ਼ਾ ਨਿਕਲਿਆ ਤੇ ਮੈਂ ਲੈ ਜਾਵਾਂਗਾ, ਲੇਕਿਨ ਜਿਸ ਵੇਲੇ ਵੀਜ਼ਾ ਨਿਕਲਿਆ ਤੇ ਉਹਨੇ ਕੋਈ ਪੈਸਾ ਨਾ ਉਹਨਾਂ ਕੋਲ ਲਿਆ। ਉਹਨੇ ਆਖਿਆ ਠੀਕ ਹੈ ਚਲੋ ਮੈਂ ਵੀਜ਼ਾ ਕਢਵਾ ਲਿਆ ਤੇ ਇਹ ਹੁਣ ਮੇਰੇ ਨਾਲ ਹੀ ਉੱਥੇ ਕੰਮ ਕਰੇਗਾ। ਕਹਿੰਦਾ ਬੜਾ ਸ਼ਰੀਫ ਸੀ, ਬੱਕਰੀਆਂ ਸ਼ਕਰੀਆਂ ਚਗਾਉਂਦਾ ਸੀ, ਕਿਸੇ ਗੱਲ ਦਾ ਇਹਨੂੰ ਪਤਾ ਹੀ ਕੋਈ ਨਹੀਂ ਸੀ ਹੈ। ਲੇਕਿਨ ਕਹਿੰਦਾ ਵੀਜ਼ਾ ਲੱਗ ਗਿਆ, ਜਿਸ ਵੇਲੇ ਮੇਰੇ ਕੋਲ ਆਇਆ ਤੇ ਮੈਂ ਇਹ ਮਹਿਸੂਸ ਨਹੀਂ ਕਰਾਇਆ ਕਿ ਬਿਲਕੁਲ ਇਹਨੂੰ ਕਿਸੇ ਗੱਲ ਦਾ ਨਹੀਂ ਪਤਾ। ਕਹਿੰਦਾ ਮੈਂ ਇਹਨੂੰ ਆਪੂ ਆਂਡੀ ਰੋਟੀ ਕਰਕੇ ਦਿੰਦਾ ਰਿਹਾ, ਖਵਾਲਦਾ ਪਿਆਲਦਾ ਰਿਹਾ, ਕਿਸੇ ਚੀਜ਼ ਦੀ ਨੂੰ ਕਮੀ ਨਹੀਂ ਛੱਡੀ ਹੈ। ਜਿਹੜੇ ਪੈਸੇ ਕੁਝ ਜ਼ਿਆਦਾ ਹੁੰਦੇ ਸੀ ਮੈਂ ਨਾਲ ਹੋ ਕੇ ਇਹਦੇ ਘਰ ਭੇਜਦਾ ਕਿ ਚਲੋ ਇਹਦੇ ਘਰ ਦੇ ਹਾਲਾਤ ਬਿਹਤਰ ਹੋ ਜਾਣ। ਕਹਿੰਦੇ ਇਹਨੇ ਆਪਣਾ ਘਰ ਸੋਹਣਾ ਬਣਾ ਲਿਆ, ਮੇਰੇ ਨਾਲ ਰਲ ਕੇ ਜਿਹੜਾ ਨਾ ਮੈਂ ਇਹਨੂੰ ਫਾਲਤੂ ਕੰਮ ਵੀ ਦਵਾਉਂਦਾ ਸਾਂ ਉਹ ਜਾ ਕੇ ਕਰਕੇ ਤੇ ਪੈਸੇ ਨੇ ਇਤਨੇ ਬਣਾ ਲਏ ਸੀ। ਕਹਿੰਦੇ ਆਸਤਾ ਆਸਤਾ ਦੂਸਰੇ ਬੰਦਿਆਂ ਨਾਲ ਲੱਗਾ ਤੇ ਥੋੜਾ ਹੁਸ਼ਿਆਰ ਚਲਾਕ ਹੋ ਗਿਆ। ਇਹਨੂੰ ਇਹ ਲੱਗਾ ਕਿ ਮੈਂ ਜਿਹੜਾ ਠੀਕ ਨਹੀਂ ਆ, ਉਹ ਦੂਸਰੇ ਬੰਦੇ ਠੀਕ ਨੇ। ਕਹਿੰਦੇ ਆਸਤਾ ਆਸਤਾ ਜਿਸ ਤਰ੍ਹਾਂ ਉਹਨਾਂ ਬੰਦਿਆਂ ਨੇ ਸਬਕ ਪੜ੍ਹਾਇਆ ਤੇ ਅੰਕਲ ਜਿਹੜਾ ਉਸੇ ਤਰ੍ਹਾਂ ਸਬਕ ਪੜ੍ਹਦਾ ਗਿਆ। ਉਹ ਜਿਹੜਾ ਆਸਤਾ ਆਸਤਾ ਵੱਡੇ ਅਰਬਾਬ ਨੂੰ ਜਿਹੜਾ ਬੰਦਿਆਂ ਦੀਆਂ ਜਾ ਕੇ ਗੱਲਾਂ ਦੱਸਦਾ ਸੀ, ਇਹ ਫਲਾਣਾ ਕੰਮ ਪਿਆ ਕਰਦਾ, ਫਲਾਣਾ ਨਹੀਂ ਕਰਦਾ। ਅਗੂ ਅਰਬਾਬ ਜਿਸ ਵੇਲੇ ਸੁਣਦਾ ਸੀ ਤੇ ਉਹਨੂੰ ਗੁੱਸਾ ਚੜ੍ਹਦਾ ਸੀ, ਉਸ ਬੰਦੇ ਨੂੰ ਬੁਲਾ ਲੈਂਦਾ ਸੀ, ਕਹਿੰਦਾ ਕਿ ਤੂੰ ਇੱਧਰ ਆ ਜਾ। ਉਹਨੂੰ ਖਰੂਜ ਲਾ ਕੇ ਤੇ ਵਾਪਸ ਤੋੜ ਦਿੰਦਾ ਸੀ। ਇਹਦੀ ਬੜੀ ਇੱਜ਼ਤ ਕਰਨ ਲੱਗ ਪਿਆ ਸੀ ਕਿ ਇਹ ਮੇਰੇ ਹੱਕ 'ਚ ਬਹੁਤ ਜ਼ਿਆਦਾ ਸਹੀ ਹੈ, ਜਿਹੜੀ ਗੱਲ ਹੁੰਦੀ ਹੈ ਮੈਨੂੰ ਸਾਫ਼ ਸੁਥਰੀ ਆ ਕੇ ਦੱਸਦਾ ਤੇ ਬਣਿਆ ਵੀ ਬਿਲਕੁਲ ਇਮਾਨਦਾਰ ਸੀ। ਜਿਸ ਬੰਦੇ ਨੇ ਲਿਆਂਦਿਆ ਸੀ ਉਹਦੇ ਨਾਲ ਗੱਲਬਾਤ ਘਟ ਗਈ ਸੀ ਤੇ ਆਪੂ ਅਰਬਾਬ ਨਾਲ ਅੱਗੇ ਹੋ ਗਿਆ ਸੀ। ਹਾਲਾਂਕਿ ਉਸ ਬੰਦੇ ਦੀ ਪਹਿਲਾਂ ਅਰਬਾਬ ਨਾਲ ਜ਼ਿਆਦਾ ਗੱਲਬਾਤ ਸੀ। ਅਰਬਾਬ ਉਹਦੀ ਕੋਈ ਨਹੀਂ ਸੀ ਸੁਣਦਾ, ਜਿਹਨੇ ਲਿਆਂਦਿਆ ਸੀ ਉਹ ਜਿਹੜਾ ਹੁਣ ਨਵਾਂ ਆਇਆ ਸੀ ਉਹਦੀਆਂ ਸਾਰੀਆਂ ਗੱਲਾਂ ਸੁਣਦਾ ਸੀ। ਉਹ ਬੜਾ ਪਰੇਸ਼ਾਨ ਸੀ। ਉਹਨੇ ਆਖਿਆ ਇਸ ਬੰਦੇ ਨੂੰ ਮੈਂ ਲਿਆਂਦਾ ਤੇ ਇਹ ਮੇਰੇ ਬਿਲਕੁਲ ਜਿਹੜਾ ਨੇੜੇ ਨਹੀਂ ਲੱਗਦਾ ਪਿਆ। ਬਹਰਹਾਲ ਇੱਕ ਦਿਨ ਇਸ ਤਰ੍ਹਾਂ ਦਾ ਆ, ਉਹਨੇ ਚੁਗਲੀ ਲਾਈ ਤੇ ਜਿਹੜਾ ਪੁਰਾਣਾ ਸੀ ਉਹਨੂੰ ਛੁੱਟੀ ਕਰਾਤੀ। ਉਹਨੇ ਆਖਿਆ ਜਾ ਤੂੰ ਇੱਥੋਂ ਨੱਸ ਜਾ। ਅਰਬਾਬ ਨੇ ਛੁੱਟੀ ਕਰਾਈ। ਉਹ ਵਿਚਾਰਾ ਜਿਹੜਾ ਵਾਪਸ ਟੁਰ ਗਿਆ ਪਾਕਿਸਤਾਨ। ਉੱਥੇ ਜਾ ਕੇ ਆਪਣੇ ਪਿੰਡ 'ਚ ਥੋੜੇ ਬਹੁਤ ਜਿਹੜੇ ਪੈਸੇ ਸੀ ਇੱਕ ਦੁਕਾਨ ਪਾ ਲਈ, ਉਹ ਦੁਕਾਨ ਚਲਾਉਣ ਲੱਗ ਪਿਆ। ਇਸ ਬੰਦੇ ਨੇ ਜਨਾਬ ਚੰਗੀ ਭਲੀ ਤਰੱਕੀ ਕੀਤੀ। ਅਗੂ ਅਰਬਾਬ ਨੇ ਇਹਨੂੰ ਇੱਕ ਟਰੱਕ ਦੇ ਦਿੱਤਾ, ਟਰਾਲਾ ਜਿਹਾ, ਉਹ ਚਲਾਉਂਦਾ ਸੀ, ਸਮਾਨ ਸ਼ਾਨ ਲਿਆ ਕੇ ਦਿੰਦਾ ਸਾਰੇ ਮਜ਼ਦੂਰਾਂ ਨੂੰ, ਅਗਾ ਪਿਛਾਂ ਵੀ ਜਾਂਦਾ ਸੀ ਤੇ ਕਦੇ ਅਰਬਾਬ ਨੇ ਪੁੱਛਿਆ ਨਹੀਂ ਹੈ ਕਿੰਨਾ ਤੇਲ ਪਵਾਏ ਜਾਂ ਕਿਤਨਾ ਸਮਾਨ ਲਿਆਂਦੇ। ਉਹ ਇੰਜ ਕਰਦਾ ਸੀ, ਛੋਟੇ ਮੋਟੇ ਟਾਂਕੇ ਲਾਉਂਦਾ ਰਹਿੰਦਾ ਸੀ, ਵਿੱਚੋਂ ਟਾਂਕੇ ਲਾ ਲਾ ਕੇ ਤੇ ਆਸਤਾ ਆਸਤਾ ਪਿੱਛੇ ਜਿਹੜਾ ਆਪਣੇ ਸੋਹਣੇ ਮਕਾਨ ਪਿੰਡ 'ਚ ਬਣਾਉਣ ਲੱਗ ਪਿਆ। ਉਹ ਜਿਸ ਬੰਦੇ ਨੇ ਪਹਿਲਾਂ ਲਿਆਂਦਿਆ ਸੀ ਉਹਨੂੰ ਸ਼ਰੀਕ ਸਮਝਦਾ ਸੀ, ਉਹਦੇ ਸਾਹਮਣੇ ਕੋਠੀ ਬਣਾਉਂਦਾ ਸੀ ਪਿਆ। ਭਲਾ ਮੈਂ ਇਹਨੂੰ ਦੱਸਾਂ ਕਿ ਮੈਂ ਤੱਕ ਤੂੰ ਕਿੰਨਾ ਅਰਸਾ ਇੱਥੇ ਰਹੇ ਤੇ ਕੁਝ ਵੀ ਨਹੀਂ ਬਣਾਇਆ, ਤੇ ਦੇਖ ਮੈਂ ਜਿਹੜਾ ਕਿਤਨਾ ਬਣਾ ਲਿਆ। ਉਹਨੇ ਬੜੀ ਸੋਹਣੀ ਕੋਠੀ ਉੱਥੇ ਬਣਾ ਲਈ, ਹੋਰ ਛੱਡ ਕੇ ਗੱਡੀ ਵੀ ਲੈ ਲਈ ਉੱਥੇ, ਕਾਰ। ਉਸ ਤੋਂ ਬਾਅਦ ਉਹਦਾ ਇੱਕ ਭਤੀਜਾ ਸੀ ਬੜਾ ਗਰੀਬ ਜਿਹਾ। ਉਹਨੇ ਆਖਿਆ ਚਲੋ ਮੈਂ ਆਪਣੇ ਭਤੀਜੇ ਨੂੰ ਉੱਥੇ ਲੈ ਜਾਣਾ ਤੇ ਬਾਅਦ ਜਿਹੜਾ ਆਪਣੀ ਕੁੜੀ ਨਾਲ ਸ਼ਾਦੀ ਕਰਾ ਦਿਆਂਗਾ। ਉਹਨੇ ਜਨਾਬ ਅਰਬਾਬ ਨਾਲ ਗੱਲ ਕੀਤੀ, ਵੱਡੇ ਨਾਲ। ਅਰਬਾਬ ਤੇ ਪਹਿਲਾਂ ਹੀ ਬੜਾ ਉਹਦੇ ਨਾਲ ਸੈੱਟ ਆਇਆ, ਜਿਹੜੀ ਗੱਲ ਉਹ ਆਖਦਾ ਸੀ ਉਹ ਹੀ ਮੰਨਦਾ ਸੀ। ਉਹਨੇ ਆਖਿਆ ਕੋਈ ਮਸਲਾ ਨਹੀਂ, ਮੈਂ ਦੇ ਦੇਣਾ ਵੀਜ਼ਾ ਤੇ ਤੂੰ ਉਹਨੂੰ ਮੰਗਾ ਲੈ। ਉਹ ਬੜਾ ਖੁਸ਼ ਹੋਇਆ। ਉਹਨੇ ਵੀਜ਼ਾ ਜਿਸ ਵੇਲੇ ਨਿਕਲਿਆ ਤੇ ਆਪੂ ਗਿਆ ਪਿਛਾਂ ਜਾ ਕੇ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਕਿ ਵੀਜ਼ਾ ਮੈਂ ਤਾਂ ਕਢਵਾਇਆ ਕਿਉਂਕਿ ਇਹਦੀ ਸ਼ਾਦੀ ਜਿਹੜੀ ਹੈ ਮੈਂ ਆਪਣੀ ਕੁੜੀ ਨਾਲ ਕਰਨੀ ਹੈ। ਉਹਨੇ ਆਖਿਆ ਸਾਨੂੰ ਕੋਈ ਮਸਲਾ ਨਹੀਂ, ਅਗਰ ਸਾਡਾ ਮੁੰਡਾ ਦੁਬਈ ਟੁਰ ਜੇ ਜਾ ਕੇ 60-70 ਹਜ਼ਾਰ ਰੁਪਈਆ ਕਮਾਏਗਾ ਅਸੀਂ ਤੇ ਖੁਸ਼ ਹੋਵਾਂਗੇ। ਉਹਨੇ ਆਖਿਆ ਬਸ ਫਿਰ ਤੁਸੀਂ ਬੇਫਿਕਰ ਹੋ ਜਾਓ ਤੇ ਜਿਹੜਾ ਨਾ ਇਹਦਾ ਕੰਮ ਹੋ ਗਿਆ, ਬਸ ਹੁਣ ਜਿਹੜਾ ਇਹਦੀ ਸ਼ਾਦੀ ਕਰੀਏ। ਉਹ ਜਨਾਬ ਉੱਥੇ ਹੀ ਰਹਿੰਦੇ ਉਹਨੇ ਐਮਰਜੈਂਸੀ ਕੀਤੀ, ਆਪਣੀ ਕੁੜੀ ਨਾਲ ਜਿਹੜਾ ਸ਼ਾਦੀ ਕਰਾ ਦਿੱਤੀ। ਕੁੜੀ ਉਹਦੀ ਥੋੜੀ ਜਿਹੀ ਖਰਾਬ ਹੋਈ, ਪਿੰਡ 'ਚ ਹੋਰ ਵੀ ਉਹਦੇ ਲਾਂਭੇ ਆਏ ਸੀ। ਉਹ ਚਾਹੁੰਦਾ ਸੀ ਕਿ ਫਟੋਫਟ ਜਿਹੜਾ ਨਾ ਮੈਂ ਇਹਦੀ ਸ਼ਾਦੀ ਕਰਾਵਾਂ ਭਤੀਜੇ ਨਾਲ ਤਾਂ ਕਿ ਗੱਲ ਅਗਾ ਨਾ ਵਧੇ। ਹਾਲਾਂਕਿ ਉਹ ਭਤੀਜੇ ਨੂੰ ਸਾਰੀ ਗੱਲ ਦਾ ਪਤਾ ਸੀ, ਫਿਰ ਵੀ ਉਹ ਚੁੱਪ ਕਰ ਗਿਆ, ਉਹਨੇ ਕੋਈ ਗੱਲਬਾਤ ਨਾ ਕੀਤੀ। ਉਹਨੇ ਆਖਿਆ ਠੀਕ ਹੈ ਜਿਸ ਤਰ੍ਹਾਂ ਚਾਚੂ ਆਖਦਾ ਮੈਂ ਉਂਝ ਹੀ ਕਰ ਲੈਣਾ। ਜ਼ਾਹਿਰ ਗੱਲ ਹੈ ਚਾਚੂ ਪੈਸੇ ਵਾਲਾ ਸੀ, ਕੋਠੀ ਬਣਾਈ ਸੀ। ਉਹ ਜਿਸ ਬੰਦੇ ਨੇ ਦੁਕਾਨ ਬਣਾਈ ਸੀ ਜਿਹੜਾ ਪਹਿਲਾਂ ਦੁਬਈ ਰਹਿ ਕੇ ਗਿਆ ਸੀ ਉਹਦੇ ਨਾਲ ਸਲਾਮ ਦੁਆ ਵੀ ਨਹੀਂ ਸੀ ਕਰਦਾ। ਖੈਰ ਜਿਸ ਵੇਲੇ ਫਿਰ ਉਹ ਤੇ ਸ਼ਾਦੀ ਕਰਕੇ ਤੇ ਵਾਪਸ ਆ ਗਿਆ, ਭਤੀਜੇ ਦਾ ਵੀਜ਼ਾ ਲੱਗ ਗਿਆ, ਭਤੀਜਾ ਵੀ ਇੱਥੇ ਪਹੁੰਚ ਆਇਆ। ਆ ਕੇ ਭਤੀਜੇ ਤੇ ਇਸ ਤਰ੍ਹਾਂ ਆਰਡਰ ਚਲਾਉਂਦਾ ਸੀ ਜਿਸ ਤਰ੍ਹਾਂ ਕੋਈ ਨੌਕਰ ਹੁੰਦਾ, ਉਹਨੂੰ ਕਹਿੰਦਾ ਇਹ ਕੰਮ ਕਰ ਲੈ, ਉਹ ਕੰਮ ਕਰ ਲੈ। ਉਹ ਦੌੜ ਦੌੜ ਕੇ ਕੰਮ ਕਰਦਾ ਸੀ। ਬਹਰਹਾਲ ਉਹ ਜਿਹੜੇ ਬੰਦੇ ਸੀ ਉੱਥੇ ਉਹਨਾਂ ਨੇ ਆਖਿਆ ਕਿ ਤੂੰ ਜਿਹੜਾ ਯਾਰ ਜ਼ਿਆਦਾ ਦੇ ਨਾਲ ਜ਼ਿਆਦਤੀ ਨਾ ਕਰਿਆ ਕਰ, ਤੇਰਾ ਭਤੀਜਾ ਥੋੜਾ ਹੱਥ ਓਲਾ ਰੱਖ। ਉਹਨੇ ਆਖਿਆ
ਕਿਹਾ ਤੁਸੀਂ ਚੁੱਪ ਕਰ ਜਾਓ, ਮੈਂ ਜਾਣਾ ਤੇ ਭਤੀਜਾ ਜਾਣੇ। ਉਹ ਭਤੀਜਾ ਵਿਚਾਰਾ ਆਪੂ ਵੀ ਬੜਾ ਪਰੇਸ਼ਾਨ ਸੀ। ਉਹਨੂੰ ਪਤਾ ਸੀ ਕਿ ਮੈਨੂੰ ਬਹੁਤ ਜ਼ਿਆਦਾ ਚਾਚਾ ਇਸਤੇਮਾਲ ਪਿਆ ਕਰਦਾ ਹੈ। ਉਹਨੂੰ ਇਹ ਵੀ ਪਤਾ ਸੀ ਕਿ ਪਿੱਛੇ ਜਿਹੜੀ ਜ਼ਨਾਨੀ ਕਰਾਈ ਸੀ ਮੈਨੂੰ ਤੇ ਉਹ ਬੜੀ ਖਰਾਬ ਹੈ, ਅਗਾ ਪਿੱਛਾ ਲੋਕਾਂ ਕੋਲ ਟੁਰ ਜਾਂਦੀ ਹੈ। ਘਰ ਦੇ ਉਹਦੇ ਦੱਸਦੇ ਸੀ ਕਿ ਇਸ ਤਰ੍ਹਾਂ ਜਿਹੜਾ ਤੇਰੀ ਜ਼ਨਾਨੀ ਖਰਾਬ ਹੈ, ਉਹ ਤੇ ਘਰ ਖਲੋਂਦੀ ਕੋਈ ਨਹੀਂ, ਕਦੇ ਕਿਸੇ ਕੋਲ ਵੜੀ ਹੁੰਦੀ ਹੈ, ਕਦੇ ਕਿਸੇ ਕੋਲ ਵੜੀ ਹੁੰਦੀ ਹੈ, ਘਰ ਤੇ ਉਹ ਖਲੋਂਦੀ ਨਹੀਂ। ਉਹ ਚਾਚੇ ਤੋਂ ਡਰਦਾ ਸੀ, ਚਾਚੇ ਤੋਂ ਡਰਿਆ ਕੋਈ ਗੱਲ ਨਹੀਂ ਸੀ ਕਰਦਾ, ਚੁੱਪ ਕਰਕੇ ਜਿਸ ਤਰ੍ਹਾਂ ਚਾਚਾ ਆਂਦਾ ਸੀ ਉਸ ਤਰ੍ਹਾਂ ਕਰੀ ਜਾਂਦਾ ਸੀ। ਆਖਰਕਾਰ ਇੱਕ ਦਿਨ ਉਹਨੂੰ ਗੁੱਸਾ ਆਇਆ, ਸਾਰੇ ਬੰਦੇ ਬੈਠੇ ਸੀ। ਉਹਨੇ ਆਖਿਆ ਚਾਚਾ ਗੱਲ ਸੁਣ, ਮੈਂ ਤੇਰੀ ਕੁੜੀ ਕੋਨੂੰ ਰੱਖਣੀ। ਉਹਨੇ ਆਖਿਆ ਕਿਉਂ ਨਹੀਂ ਤੂੰ ਰੱਖਣੀ, ਕਿ ਮਸਲਾ ਬਣਿਆ, ਨਾਲੇ ਤੈਨੂੰ ਸ਼ਰਮ ਨਹੀਂ ਆਉਂਦੀ, ਘਰ ਦੀਆਂ ਗੱਲਾਂ ਇਤਨੇ ਬੰਦਿਆਂ ਦੇ ਸਾਹਮਣੇ ਪਿਆ ਤੂੰ ਕਰਨੇ। ਉਹਨੇ ਆਖਿਆ ਚਾਚਾ ਮੇਰੀ ਗੱਲ ਸੁਣ, ਤੂੰ ਜਿਹੜਾ ਨਾ ਬੜੀ ਮੇਰੀ ਬੇਇੱਜ਼ਤੀ ਕਰ ਬੈਠੇ, ਹੁਣ ਅਗਰ ਤੂੰ ਮੈਨੂੰ ਵਾਪਸ ਟੋਰਨਾ 100 ਵਾਰੀ ਟੋਰ, ਲੇਕਿਨ ਮੈਂ ਜਿਹੜਾ ਨਾ ਹੁਣ ਤੇਰੀ ਕੁੜੀ ਕੋ ਨਹੀਂ ਰਹਿਣੀ। ਉਹਨੇ ਆਖਿਆ ਕਿਉਂ ਨਹੀਂ ਰਹਿਣਾ ਚਾਚਾ, ਕਦੇ ਕਿਸੇ ਦੇ ਘਰ ਵੜੀ ਹੁੰਦੀ ਹੈ, ਕਦੇ ਕਿਸੇ ਦੇ ਘਰ ਵੜੀ ਹੁੰਦੀ ਹੈ, ਹਰ ਬੰਦੇ ਨੂੰ ਪਤਾ ਹੈ ਕਿ ਇਹਦਾ ਰਿਕਾਰਡ ਠੀਕ ਨਹੀਂ ਹੈ, ਇਸ ਵਾਸਤੇ ਮੈਂ ਕੋ ਨਹੀਂ ਰੱਖਣੀ। ਉਹ ਬੰਦੇ ਸਾਰੇ ਮੂੰਹ ਵੱਲੋਂ ਤੱਕਣ ਲੱਗ ਪਏ। ਉਹਨਾਂ ਆਖਿਆ ਕੋਈ ਨਹੀਂ, ਅਸੀਂ ਨਿੱਕੇ ਨੂੰ ਸਮਝਾਉਣਾ। ਆਖਿਆ ਨਾ ਤੁਸੀਂ ਮੈਨੂੰ ਸਮਝਾਓ। ਉਹਨੇ ਆਖਿਆ ਹਾਲਾ ਫਿਰ ਇਹ ਗੱਲ ਹੈ, ਹੁਣ ਹੀ ਮੈਂ ਅਰਬਾਬ ਨਾਲ ਗੱਲ ਕਰਨਾ ਤੇ ਤੈਨੂੰ ਇੱਥੋਂ ਜਿਹੜਾ ਨਾ ਛੁੱਟੀ ਕਰਾਉਣਾ ਤੇ ਪਿਛਾ ਜਾਏਗਾ ਆਪੇ ਤੇਰੇ ਜਿਹੜਾ ਉਹ ਠਿਕਾਣੇ। ਉਹਨੇ ਆਖਿਆ ਚਾਚਾ ਤੂੰ ਕਰਵਾ, ਕੋਈ ਮਸਲਾ ਨਹੀਂ, ਮੈਂ ਜਾਣ ਵਾਸਤੇ ਤਿਆਰ ਹਾਂ। ਉਹਨੇ ਜਾ ਕੇ ਅਰਬਾਬ ਨਾਲ ਗੱਲ ਕੀਤੀ। ਜਿਸਲੇ ਅਰਬਾਬ ਨਾਲ ਗੱਲ ਕੀਤੀ ਤੇ ਅਰਬਾਬ ਵੱਡਾ ਜਿਹੜਾ ਅੱਗੇ ਦੀ ਗੱਲ ਸੁਣਦਾ ਸੀ, ਉਹਨੇ ਆਖਿਆ ਠੀਕ ਹੈ ਕੋਈ ਨਹੀਂ ਮਸਲਾ, ਇਹਨੂੰ ਫਿਰ ਖਰੂਜ ਲਾ ਕੇ ਅਸੀਂ ਵਾਪਸ ਤੋਰ ਦਿੰਦੇ ਹਾਂ। ਉਹ ਐਨੀ ਗੱਲ ਹੋਈ ਤੇ ਦਿਹਾੜੇ 2-3 ਗੁਜ਼ਰੇ ਤੇ ਜਿਹੜਾ ਵੱਡਾ ਅਰਬਾਬ ਹੈ ਉਹ ਬਿਮਾਰ ਹੋ ਗਿਆ ਬਹੁਤ ਜ਼ਿਆਦਾ। ਅੱਗੂ ਦਾ ਮੁੰਡਾ ਵੀ ਜਵਾਨ ਆਇਆ ਠੀਕ ਠਾਕ, ਉਹ ਬਿਮਾਰ ਹੋਇਆ ਤੇ ਨਾਲ ਹੀ ਉਹ ਫੌਤ ਹੋ ਗਿਆ। ਤੇ ਹਾਲਾਂਕਿ ਚਾਚੇ ਦੀ ਜਿਹੜੀ ਗੱਲਬਾਤ ਹੈ ਉਹ ਵੱਡੇ ਅਰਬਾਬ ਨਾਲ ਆਈ। ਉਹ ਜਿਹੜਾ ਨਿੱਕਾ ਅਰਬਾਬ ਹੈ ਉਹਨੇ ਅੱਗੂ ਖਰੂਜ ਲਾ ਕੇ ਵਾਪਸ ਟੋਰਨਾ ਸੀ। ਉਹਨੂੰ ਦੱਸੀ ਉਸ ਕਿ ਇਸ ਤਰ੍ਹਾਂ ਵੱਡੇ ਅਰਬਾਬ ਨੇ ਆਖਿਆ ਸੀ ਇਹਨੂੰ ਵਾਪਸ ਟੋਰਨਾ। ਉਹਨੇ ਆਖਿਆ ਕਿਉਂ ਟੋਰਨਾ? ਉਹਨੇ ਆਖਿਆ ਨਹੀਂ ਇਹ ਕੰਮ ਨਹੀਂ ਠੀਕ ਕਰਦਾ ਤੇ ਇਸ ਵਜ੍ਹਾ ਤੂੰ ਜਿਹੜਾ ਇਹਨੂੰ ਵਾਪਸ ਟੋਰਨਾ। ਉਹਨੇ ਆਖਿਆ ਠੀਕ ਹੈ, ਆਪੇ ਮੈਂ ਦੂਸਰਿਆਂ ਕੋਲੋਂ ਪੁੱਛਾਂਗਾ ਤੇ ਮੈਨੂੰ ਜੇ ਅਗਰ ਚੰਗਾ ਲੱਗਾ ਤੇ ਫਿਰ ਮੈਨੂੰ ਖਰੂਜ ਲਾ ਕੇ ਵਾਪਸ ਟੋਰ ਨੂੰ। ਕਹਿੰਦਾ ਜਾ ਤੂੰ ਜਾ ਕੇ ਕੰਮ ਕਰ, ਤੂੰ ਪਰੇਸ਼ਾਨ ਨਹੀਂ ਹੋਣਾ। ਉਹ ਜਨਾਬ ਟੁਰ ਗਿਆ, ਚੁੱਪ ਕਰਕੇ ਜਾ ਕੇ ਕੰਮ ਕਰਨ ਲੱਗ ਪਿਆ। ਚਾਚਾ ਬੜਾ ਪਰੇਸ਼ਾਨ ਸੀ ਕਿ ਮੇਰੇ ਹੱਥੋਂ ਤੇ ਨਿਕਲ ਗਿਆ, ਮੇਰੀ ਕੁੜੀ ਨੂੰ ਵੀ ਤਲਾਕ ਦੇ ਦੇਗਾ। ਚਾਚੇ ਨੂੰ ਆਰਾਮ ਨਹੀਂ ਸੀ ਆ ਰਿਹਾ, ਚਾਚਾ ਬਾਰ-ਬਾਰ ਉਹਨੂੰ ਤੰਗ ਕਰਦਾ ਸੀ। ਉਹਨੇ ਆ ਕੇ ਅਰਬਾਬ ਨੂੰ ਦੱਸਿਆ ਕਿ ਇਸ ਤਰ੍ਹਾਂ ਮੇਰਾ ਚਾਚਾ ਮੈਨੂੰ ਤੰਗ ਕਰਦਾ ਪਿਆ, ਇਸ ਵਾਸਤੇ ਮੈਨੂੰ ਕਿਧਰੇ ਹੋਰ ਕੰਮ ਲਾ ਦਿਓ। ਉਹਨਾਂ ਆਂਦਾ ਠੀਕ ਹੈ, ਅੱਜ ਤੋਂ ਬਾਅਦ ਤੈਨੂੰ ਤੰਗ ਨਹੀਂ ਕਰਨ ਲਗਾ। ਉਹਨੇ ਕਿਸੇ ਹੋਰ ਬੰਦੇ ਨੂੰ ਬੁਲਾਇਆ। ਉਹਨੇ ਆਖਿਆ ਇਸ ਬੰਦੇ ਦੇ ਬਾਰੇ ਦੱਸੋ, ਇਹ ਕੀ ਕਰਦਾ, ਕਿ ਜਿਹੜਾ ਮੇਰੇ ਵਾਲਦ ਨਾਲ ਇਹਦਾ ਸਿਸਟਮ ਸੀ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਗੱਡੀ ਜਿਹੜੀ ਦਿੱਤੀ ਹੈ ਇਹ ਬਾਹਰ ਜਾ ਕੇ ਕੰਮ ਕਰਦਾ, ਤੁਹਾਡਾ ਤੇਲ ਜਿਹੜਾ ਉਹ ਇਸਤੇਮਾਲ ਕਰਦਾ, ਸਮਾਨ ਤੁਹਾਡਾ ਬਾਹਰ ਜਾ ਕੇ ਵੇਚ ਕੇ ਆਉਂਦਾ, ਬੜੇ 2 ਨੰਬਰ ਕੰਮ ਕਰਦਾ। ਉਹਨੇ ਆਖਿਆ ਮੈਨੂੰ ਸਬੂਤ ਦਿਓ। ਉਹਨਾਂ ਜਨਾਬ ਸਾਰੇ ਸਬੂਤ ਇਕੱਠੇ ਕਰਕੇ ਜਿਸਲੇ ਉਹਨੂੰ ਦਿੱਤੇ ਤੇ ਜਿਸਲੇ ਉਹਨੇ ਸਾਰੇ ਸਬੂਤ ਉਹਨੂੰ ਪਤਾ ਲੱਗਾ ਕਿ ਇਹ ਵਾਕਈ ਬਹੁਤ ਵੱਡਾ ਚੋਰ ਹੈ। ਉਸ ਤੋਂ ਬਾਅਦ ਪਤਾ ਲੱਗਾ ਕਿ ਪਿੱਛੇ ਇਸ ਤਰ੍ਹਾਂ ਕੋਠੀ ਬਣਾਈ ਸੀ ਬੜੀ ਸੋਹਣੀ ਤੇ ਉਸ ਤੋਂ ਬਾਅਦ ਕਾਰ ਰੱਖੀ ਸੀ। ਉਹ ਸਾਰੀਆਂ ਚੀਜ਼ਾਂ ਜਿਸਲੇ ਉਹਨੇ ਤੱਕੀਆਂ, ਉਹਨੇ ਆਖਿਆ ਇਹਨੇ ਇਤਨਾ ਪੈਸਾ ਤੂੰ ਕੱਢ ਕੇ ਖੜਿਆ ਚੋਰੀ ਕਰਕੇ ਤੇ ਉੱਥੇ ਜਾ ਕੇ ਬਣਾਇਆ। ਉਹਨੇ ਆਖਿਆ ਬਿਲਕੁਲ ਇਹਨੇ ਐਸੇ ਤਰ੍ਹਾਂ ਹੀ ਕੀਤਾ। ਉਹਨੇ ਜਨਾਬ ਉਹਨੂੰ ਉੱਥੇ ਢੇਕ ਕੇ ਲਾ ਲਿਆ। ਉਹਨੇ ਆਖਿਆ ਇੱਧਰ ਆ ਜ਼ਰਾ, ਤੂੰ ਕਿਸ ਤਰ੍ਹਾਂ ਤੂੰ ਪੈਸਾ ਚੋਰੀ ਕਰਦਾ ਰਹੇ, ਤੂੰ ਜਿਹੜਾ ਸਾਡਾ ਟਰੱਕ ਲੈ ਕੇ ਜਾਣੇ ਜਾ ਕੇ ਲੋਕਾਂ ਦੇ ਸਮਾਨ ਲਾ ਕੇ ਆਵਨੇ, ਫਿਰ ਤੂੰ ਸਾਡਾ ਸਮਾਨ ਜਾ ਕੇ ਵੇਚ ਕੇ ਆਵਨੇ ਚੋਰੀ, ਇਹ ਨਹੀਂ ਹੋ ਸਕਦਾ, ਤੂੰ ਸਾਡੇ ਸਾਰੇ ਪੈਸੇ ਵਾਪਸ ਕਰ। ਉਹਨੇ ਆਖਿਆ ਮੈਂ ਨਹੀਂ ਕੀਤੇ। ਉਹਨੇ ਆਖਿਆ ਤੂੰ ਕੀਤੇ ਨੇ, ਤੂੰ ਪੈਸੇ ਦੇਣੇ ਨੇ ਤੇ ਫਿਰ ਤੂੰ ਇੱਥੋਂ ਵਾਪਸ ਜਾਣਾ, ਵਰਨਾ ਮੈਂ ਤੈਨੂੰ ਕੈਦ ਰੱਖਾਂਗਾ। ਉਹ ਬੜਾ ਪਰੇਸ਼ਾਨ ਹੋਇਆ, ਉਹਨੇ ਕੰਨ ਵੀ ਫੜੇ, ਮਾਫੀ ਵੀ ਬੜੀ ਮੰਗੀ। ਉਹਨੇ ਆਖਿਆ ਮੈਂ ਤੈਨੂੰ ਮਾਫ ਨਹੀਂ ਕਰਨਾ, ਮੈਂ ਤੈਨੂੰ ਕਹਿ ਜੇ ਦਿੱਤਾ, ਮੈਨੂੰ ਉਹ ਪੈਸਾ ਵਾਪਸ ਚਾਹੀਦਾ। ਆਪਣਾ ਮਕਾਨ ਵੇਚ, ਪਿੱਛੇ ਵਾਲਾ ਗੱਡੀ ਵੇਚ, ਤੋਂ ਸਾਰਾ ਪੈਸਾ ਤੇ ਵਾਪਸ ਮੰਗਾ ਕੇ ਮੈਨੂੰ ਦੇ। ਉਹ ਜਨਾਬ ਬੜਾ ਪਰੇਸ਼ਾਨ ਹੋਇਆ। ਉਹਨੇ ਆਖਿਆ ਮੈਂ ਕਿਸ ਤਰ੍ਹਾਂ ਵੇਚਾਂ? ਉਹਨੇ ਆਖਿਆ ਨਹੀਂ ਤੂੰ ਵੇਚੇਂਗਾ ਤਾਂ ਇੱਥੋਂ ਜਾਏਗਾ, ਵਰਨਾ ਤੂੰ ਮੇਰੀ ਕੈਦ 'ਚ ਰਵੇਂਗਾ, ਮੈਂ ਤੈਨੂੰ ਭੁੱਖਿਆ ਰੱਖਾਂਗਾ। ਉਹ ਜਿਸ ਵੇਲੇ ਉਹਨੇ ਸੁਣੀ ਸਾਰੀ ਗੱਲ ਬੜਾ ਪਰੇਸ਼ਾਨ ਹੋਇਆ। ਘਰ ਫੋਨ ਕੀਤਾ ਕਿ ਕੋਠੀ ਜਿਹੜੀ ਹੈ ਵੇਚਣ ਵਾਲੀ ਗੱਲ ਕਰੋ, ਗੱਡੀ ਵੇਚੋ, ਜਿਹੜੇ ਪੈਸੇ ਹੈ ਨੇ ਇੱਥੇ ਮੈਨੂੰ ਭੇਜੋ। ਪਹਿਲਾਂ ਤੇ ਘਰ ਦੇ ਮੰਨਦੇ ਨਹੀਂ ਸੀ, ਆਖਰਕਾਰ ਉਹਨਾਂ ਪੈਸੇ ਸਾਰੇ ਜਿਹੜਾ ਇਹਨੂੰ ਭੇਜੇ। ਉਹ ਅਰਬਾਬ ਨੇ ਕੋਲ ਰੱਖੇ, ਕੋਲ ਰੱਖ ਕੇ ਜਨਾਬ ਉਸ ਤੋਂ ਬਾਅਦ ਉਹਨੂੰ ਖਰੂਜ ਲਾ ਕੇ ਤੇ ਵਾਪਸ ਪਿਛਾਂ ਟੋਰ ਦਿੱਤਾ। ਜਿਸ ਵੇਲੇ ਪਿਛਾਂ ਗਿਆ ਵਿਚਾਰਾ ਫਿਰ 0 ਦਾ 0। ਉਹ ਦੁਕਾਨਦਾਰ ਯਾਰ ਤੇ ਫਿਰ ਵੀ ਠੀਕ ਸੀ, ਜਿਹੜਾ ਸੈੱਟ ਹੋਇਆ ਸੀ, ਲੇਕਿਨ ਇਹ ਤੇ ਬਿਲਕੁਲ 0 ਹੋ ਗਿਆ ਸੀ, ਇਹਦਾ ਤੇ ਕੋਈ ਰਿਜ਼ਲਟ ਹੀ ਕੋਈ ਨਹੀਂ ਸੀ ਹੈ। ਅੱਗੂ ਭਤੀਜਾ ਜਿਹੜਾ ਉਹਨੇ ਤਲਾਕ ਦੇ ਦਿੱਤੀ। ਉਹਨੇ ਆਖਿਆ ਮੇਰੀ ਤੇ ਜਾਨ ਛੁੱਟੀ। ਚਾਚਾ ਬੜੀ ਵਾਰੀ ਗਿਆ ਜਾ ਕੇ ਧਾਰੇ ਪੈਸੇ ਮੰਗਣ, ਲੇਕਿਨ ਭਤੀਜੇ ਨੇ ਕੋਈ ਨਾ ਦਿੱਤੇ। ਉਹਨੇ ਕਿਹਾ ਇਹਨੇ ਬੜਾ ਜ਼ੁਲਮ ਕੀਤਾ ਮੇਰੇ ਤੇ ਦੁਬਈ, ਆਖਰਕਾਰ ਮੈਂ ਇਹਦੇ ਤੋਂ ਆਜ਼ਾਦ ਹੋ ਹੀ ਗਿਆ। ਜਿਹੜਾ ਅਰਬਾਬ ਮੇਰੀ ਬੜੀ ਇੱਜ਼ਤ ਕਰਦਾ ਤੇ ਮੈਨੂੰ ਤਨਖਾਹ ਟਾਈਮ ਨਾਲ ਦਿੰਦਾ, ਜਨਾਬ ਖੁਸ਼ ਬਾਇਸ ਹੀ ਹੋ। ਇਸ ਵਾਸਤੇ ਦੂਸਰੇ ਦੀਆਂ ਲੱਤਾਂ ਛਿੱਕੋਗੇ ਤੇ ਆਪਣੀਆਂ ਜਿਹੜੀਆਂ ਨੇ ਉਹ ਵੀ ਛਿੱਕਣੀਆਂ ਤੇ ਮੂੰਹ ਭਾਰ ਵੀ ਡਿੱਗੋਗੇ। ਉਹ ਮੂੰਹ ਭਾਰ ਵੀ ਢਹਿ ਪਿਆ ਤੇ ਜਨਾਬ ਸਾਰਾ ਕੁਝ ਜਾਂਦਾ ਵੀ ਰਿਹਾ। ਉਹ ਦੁਕਾਨਦਾਰ ਨਾਲ ਵੀ ਪਿੱਛਾ ਹੋ ਗਿਆ। ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਗਲਤ ਕੰਮ ਕਰਕੇ ਜਿਹੜਾ ਨਾ ਉਹ ਕੁਝ ਹਾਸਲ